ਗੋਲਡੀ ਬਰਾੜ ਤੇ ਸਰਕਾਰ ਦੇ ਟੌਪ ਸੋਰਸਿਸ ਤੋਂ ਵੱਡੀ ਖਬਰ। ਐਫਬੀਆਈ ਦੀ ਨਿਗਰਾਨੀ ਹੇਠ ਹੈ ਗੋਲਡੀ ਬਰਾੜ। ਨਿਗਰਾਨੀ ਨੂੰ ਗ੍ਰਿਫਤਾਰੀ ਤੇ ਹਵਾਲਗੀ ਦੇ ਵਿੱਚ ਬਦਲਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ। ਗੋਲਡੀ ਬਰਾੜ ਨੂੰ ਲੈ ਕੇ ਸ਼ੁਰੂ ਹੋਈ ਸਿਆਸਤ। ਵਿਕਰਮ ਮਜੀਠੀਆ ਬੋਲੇ, ਸਾਨੂੰ ਸੀਐਮ ਦੇ ਬਿਆਨ ਤੇ ਯਕੀਨ ਨਹੀਂ। ਡੀਜੀਪੀ ਸਥਿਤੀਕਰਨ ਸਪਸ਼ਟ। ਲਾਰੈਂਸ ਦੇ ਵਕੀਲ ਨੇ ਵੀ ਗੋਲਡੀ ਦੀ ਗ੍ਰਿਫਤਾਰੀ ਨੂੰ ਦੱਸਿਆ ਗਲਤ। ਰਾਜਸਥਾਨ ਦੇ ਸਿੱਕਰ ਦੇ ਵਿੱਚ ਵੱਡੀ ਵਾਰਦਾਤ। ਗੈਂਗਸਟਰ ਰਾਜੂ ਠੇਠ ਦਾ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ। ਸ਼ਰੇਆਮ ਗੋਲੀਆਂ ਮਾਰ ਕੇ ਫਰਾਰ ਹੋਏ ਸ਼ੂਟਰ। ਲਾਰੈਂਸ ਦੇ ਕਰੀਬੀ ਨੇ ਲਈ ਜ਼ਿੰਮੇਵਾਰੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਐਨਆਈਏ ਨੂੰ 4 ਦਿਨ ਦਾ ਮਿਲਿਆ ਹੋਰ ਰਿਮਾਂਡ। ਗੈਂਗਸਟਰਾਂ ਤੇ ਅੱਤਵਾਦੀਆਂ ਦੇ ਆਪਸੀ ਲਿੰਕ ਦਾ ਪਤਾ ਲਗਾ ਰਹੀ ਹੈ ਐਨਆਈਏ। ਗੈਂਗਸਟਰ ਰਾਜੂ ਠੇਠ ਦੇ ਕਤਲ ਮਾਮਲੇ ਦੇ ਵਿੱਚ ਵੀ ਹੋਣਗੇ ਸਵਾਲ। ਫਾਜ਼ਿਲਕਾ 'ਚ ਨਸ਼ੇ ਦੀ ਵੱਡੀ ਖੇਪ ਬਰਾਮਦ। ਹਥਿਆਰਾਂ ਸਣੇ 26 ਕਿਲੋ ਹੈਰੋਇਨ ਬਰਾਮਦ। ਡਰੋਨ ਦੇ ਜ਼ਰੀਏ ਸੁੱਟੀ ਗਈ ਸੀ ਖੇਪ। ਪੰਜਾਬ ਬੀਜੇਪੀ ਨੇ ਐਲਾਨੀ ਨਵੀਂ ਟੀਮ। ਵੇਰਕਾ, ਫਤਿਹਜੰਗ ਤੇ ਕੇਵਲ ਢਿੱਲੋਂ ਬਣੇ ਉਪ ਪ੍ਰਧਾਨ। ਜੈਇੰਦਰ ਕੌਰ ਦਾ ਵੀ ਵਾਈਸ ਪ੍ਰੈਜ਼ੀਡੈਂਟ ਦੇ ਵਿੱਚ ਨਾਮ। ਗੁਰਪ੍ਰੀਤ ਕਾਂਗੜ ਸਣੇ 5 ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ। ਹਰਿਆਣਾ ਸਰਕਾਰ ਦੇ ਵੱਲੋਂ ਗਠਿਤ 38 ਮੈਂਬਰੀ ਐਚਐਸਜੀਪੀਸੀ ਐਡਹੌਕ ਕਮੇਟੀ ਤੇ ਵਿਵਾਦ। ਝਿੰਡਾ ਬੋਲੇ, ਇਹ ਸੰਗਤ ਦੀ ਨਹੀਂ ਸਰਕਾਰ ਦੀ ਕਮੇਟੀ। ਤਾਂ ਧਾਮੀ ਬੋਲੇ, ਸਿੱਖਾਂ ਨੂੰ ਵੰਡਣ ਦੀ ਹੈ ਸਾਜ਼ਿਸ਼। ਦਰਬਾਰ ਸਾਹਿਬ 'ਚ ਨਤਮਸਤਕ ਹੋਏ ਹਰਿਆਣਾ ਦੇ ਸੀਐਮ ਦਾ ਬਿਆਨ। ਸੁਪਰੀਮ ਕੋਰਟ ਦੇ ਹੁਕਮਾਂ ਤੇ ਬਣਾਈ ਐਚਐਸਜੀਐਮਸੀ ਦੀ ਐਡਹੌਕ ਕਮੇਟੀ। ਬੀਜੇਪੀ ਧਾਰਮਿਕ ਮਸਲਿਆਂ ਦੇ ਵਿੱਚ ਨਹੀਂ ਦਿੰਦੀ ਦਖਲ। ਤਰਨਤਾਰਨ 'ਚ ਸਕੂਲ ਬੱਸ ਦਰਦਨਾਕ ਹਾਦਸੇ ਦਾ ਸ਼ਿਕਾਰ। ਟਰੱਕ ਦੇ ਨਾਲ ਹੋਈ ਟੱਕਰ। ਇੱਕ ਬੱਚੇ ਤੇ ਡਰਾਈਵਰ ਦੀ ਮੌਤ। ਕਈ ਬੱਚਿਆਂ ਨੂੰ ਲੱਗੀਆਂ ਸੱਟਾਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਗੋਲਡੀ ਬਰਾੜ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ। ਐਫਬੀਆਈ ਦੀ ਨਿਗਰਾਨੀ ਹੇਠ ਹੈ ਗੋਲਡੀ ਬਰਾੜ। ਭਾਰਤੀ ਏਜੰਸੀਆਂ ਦੀ ਅਪੀਲ ਤੇ ਨਿਗਰਾਨੀ ਸ਼ੁਰੂ ਹੋਈ ਹੈ। ਪਿਛਲੇ ਕੁਝ ਮਹੀਨੇ ਤੋਂ ਗੋਲਡੀ ਤੇ ਦਰਅਸਲ ਇਕੱਠੀ ਜਾਣਕਾਰੀ ਜਿਹੜੀ ਉਹ ਕੀਤੀ ਜਾ ਰਹੀ ਸੀ। ਗ੍ਰਿਫਤਾਰੀ ਤੇ ਹਵਾਲਗੀ ਦੇ ਵਿੱਚ ਹੁਣ ਨਿਗਰਾਨੀ ਬਦਲੇਗੀ। ਗੋਲਡੀ ਦੀ ਗ੍ਰਿਫਤਾਰੀ ਤੇ ਹਵਾਲਗੀ ਦੇ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਗੋਲਡੀ ਦੇ ਹੋਣ ਦੀ ਖਬਰ ਹੈ। ਸੋ ਮੂਸੇਵਾਲਾ ਕਤਲ ਮਾਮਲੇ ਦਾ ਮਾਸਟਰਮਾਈਂਡ ਗੋਲਡੀ ਬਰਾੜ, ਜਿਸ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਐਫਬੀਆਈ ਦੀ ਨਿਗਰਾਨੀ ਦੇ ਹੇਠ ਹੈ ਗੋਲਡੀ ਬਰਾੜ, ਜਿਹੜਾ ਕਿ ਮੂਸੇਵਾਲਾ ਕਤਲ ਮਾਮਲੇ ਦਾ ਮਾਸਟਰਮਾਈਂਡ ਹੈ। ਭਾਰਤੀ ਏਜੰਸੀਆਂ ਦੀ ਅਪੀਲ ਤੇ ਨਿਗਰਾਨੀ ਸ਼ੁਰੂ ਹੋਈ ਹੈ। ਪਿਛਲੇ ਕੁਝ ਮਹੀਨੇ ਤੇ ਗੋਲਡੀ ਬਾਰੇ ਜਿਹੜੀ ਜਾਣਕਾਰੀ ਉਹ ਇਕੱਠੀ ਕੀਤੀ ਜਾ ਰਹੀ ਸੀ। ਗ੍ਰਿਫਤਾਰੀ ਤੇ ਹਵਾਲਗੀ ਦੇ ਵਿੱਚ ਹੁਣ ਨਿਗਰਾਨੀ ਨੂੰ ਬਦਲਿਆ ਜਾਵੇਗਾ, ਕਿਉਂਕਿ ਇੱਕ ਹਵਾਲਗੀ ਦੀ ਇੱਕ ਪ੍ਰੋਪਰ ਪ੍ਰਕਿਰਿਆ ਹੁੰਦੀ ਹੈ। ਉਸ ਪ੍ਰਕਿਰਿਆ ਨੂੰ ਹੁਣ ਫੋਲੋ ਕੀਤਾ ਜਾ ਰਿਹਾ। ਗੋਲਡੀ ਦੀ ਗ੍ਰਿਫਤਾਰੀ ਤੇ ਹਵਾਲਗੀ ਦੇ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਗੋਲਡੀ ਦੇ ਹੋਣ ਦੀ ਖਬਰ ਹੈ। ਗੋਲਡੀ ਬਰਾੜ ਜਿਹੜਾ ਕਿ ਮੂਸੇਵਾਲਾ ਕਤਲ ਮਾਮਲੇ ਦਾ ਮਾਸਟਰਮਾਈਂਡ ਹੈ ਤੇ ਹੁਣ ਹਵਾਲਗੀ ਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਪ੍ਰਕਿਰਿਆ ਫੋਲੋ ਕਰਨ ਤੋਂ ਬਾਅਦ 'ਚ ਜਿਹੜਾ ਰਸਤਾ ਸਾਫ਼ ਹੋ ਸਕਦਾ ਹੈ ਜਦੋਂ ਉਸ ਨੂੰ ਭਾਰਤ ਲਿਆਂਦਾ ਜਾਵੇਗਾ। ਕਿਉਂਕਿ ਬਹੁਤ ਸਾਰੇ ਰਾਜ਼ ਨੇ, ਬਹੁਤ ਸਾਰੇ ਸਵਾਲ ਨੇ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜਿਹੜੇ ਕਿ ਗੋਲਡੀ ਬਰਾੜ ਨੂੰ ਕੀਤੇ ਜਾਣੇ ਨੇ, ਕਿਉਂਕਿ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ। ਲਗਾਤਾਰ ਮੰਗ ਕੀਤੀ ਜਾਂਦੀ ਹੈ ਕਿ ਜਲਦ ਉਸ ਨੂੰ ਭਾਰਤ ਲਿਆ ਕੇ ਇਸ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਵੇ। ਸੋ ਇਸੇ ਨਾਲ ਜੁੜੀ ਹੋਈ ਸਰਕਾਰੀ ਸੂਤਰਾਂ ਤੋਂ ਟੌਪ ਸੋਰਸ ਦੇ ਨਾਲ ਹਵਾਲੇ ਨਾਲ ਇਹ ਸਭ ਤੋਂ ਵੱਡੀ ਖਬਰ ਹੈ ਕਿ ਐਫਬੀਆਈ ਦੀ ਨਿਗਰਾਨੀ ਦੇ ਹੇਠ ਹੈ ਗੋਲਡੀ ਬਰਾੜ। ਭਾਰਤੀ ਏਜੰਸੀਆਂ ਦੀ ਅਪੀਲ ਤੇ ਨਿਗਰਾਨੀ ਸ਼ੁਰੂ ਹੋਈ ਹੈ। ਪਿਛਲੇ ਕੁਝ ਮਹੀਨਿਆਂ ਤੋਂ ਗੋਲਡੀ ਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਸੀ। ਗ੍ਰਿਫਤਾਰੀ ਤੇ ਹਵਾਲਗੀ ਦੇ ਵਿੱਚ ਹੁਣ ਨਿਗਰਾਨੀ ਨੂੰ ਬਦਲਿਆ ਜਾਵੇਗਾ। ਸੋ ਗੋਲਡੀ ਦੀ ਗ੍ਰਿਫਤਾਰੀ ਤੇ ਹਵਾਲਗੀ ਦੇ ਲਈ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਜਦੋਂ ਵੀ ਹਵਾਲਗੀ ਹੁੰਦੀ ਹੈ। ਬਕਾਇਦਾ ਕਿਸ ਨਾਮ ਦੇ ਵਿੱਚ ਕਿਸ ਮਾਮਲੇ ਦੇ ਵਿੱਚ ਨਾਮਜ਼ਦ ਹੈ, ਕਿਸ ਮਾਮਲੇ ਦੇ ਵਿੱਚ ਲੋੜੀਂਦਾ ਹੈ, ਉਸ ਬਾਰੇ ਜਾਣਕਾਰੀ ਜਿਹੜੀ ਆ ਦਿੱਤੀ ਜਾਣੀ ਹੈ। ਉਸ ਤੋਂ ਬਾਅਦ 'ਚ ਸਾਬਤ ਕਰਨਾ ਹੋਵੇਗਾ, ਪ੍ਰੂਵ ਕਰਨਾ ਹੋਵੇਗਾ ਕਿ ਆਖਿਰਕਾਰ ਗੋਲਡੀ ਬਰਾੜ ਕਤਲ ਮਾਮਲੇ ਦੇ ਗੱਲ ਕੀਤੀ ਜਾਵੇ ਤਾਂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਮਾਸਟਰਮਾਈਂਡ ਕਿਵੇਂ ਆ ਗੋਲਡੀ ਬਰਾੜ, ਕਿਵੇਂ ਉਸ ਦੇ ਨਾਲ ਪੂਰਾ ਲਿੰਕ ਜੁੜਦਾ ਹੈ, ਕਿਵੇਂ ਉਸ ਦੇ ਵੱਲੋਂ ਪੂਰਾ ਕਤਲ ਕਰਵਾਇਆ ਜਾਂਦਾ, ਇਸ ਨੂੰ ਕੋਰਟ ਦੇ ਵਿੱਚ ਪ੍ਰੂਵ ਕਰਨਾ ਹੋਵੇਗਾ। ਉਸ ਦੀ ਇੱਕ ਪ੍ਰੋਪਰ ਜਿਹੜੀ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਸ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਗਿਆ ਹੁਣ, ਕਿਉਂਕਿ ਨਜ਼ਰਾਂ ਰਹਿਣਗੀਆਂ ਆਖਿਰਕਾਰ ਕਿ ਕਦੋਂ ਉਹ ਦਿਨ ਆਵੇਗਾ ਜਦੋਂ ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਜਾਵੇਗਾ ਤੇ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਜਿੰਨੇ ਵੀ ਇਹਦੇ ਨਾਲ ਜੁੜੇ ਹੋਏ ਸਵਾਲ ਜਵਾਬ ਨੇ ਉਹ ਸਾਰੇ ਗੋਲਡੀ ਬਰਾੜ ਨੂੰ ਕੀਤੇ ਜਾਣਗੇ, ਕਿਉਂਕਿ ਜਦੋਂ 29 ਮਈ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ
29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਜਾਂਦਾ ਤੇ ਉਸੇ ਦਿਨ ਹੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਗੋਲਡੀ ਬਰਾੜ ਦੇ ਵੱਲੋਂ ਕਤਲ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ। ਉਸ ਤੋਂ ਬਾਅਦ ਚ ਜਾਂਚ ਨੂੰ ਜਿਵੇਂ ਪੁਲਿਸ ਦੇ ਵੱਲੋਂ ਅੱਗੇ ਵਧਾਇਆ ਜਾਂਦਾ ਤੇ ਕਈ ਤਰ੍ਹਾਂ ਦੇ ਲਿੰਕ ਜਿਹੜੇ ਲਾਰੈਂਸ ਬਿਸ਼ਨੋਈ ਨਾਲ ਜੁੜਦੇ ਨੇ, ਗੋਲਡੀ ਬਰਾੜ ਦੇ ਨਾਲ ਜੁੜਦੇ ਨੇ। ਸੋ ਸਾਰੇ तमाम ਸਬੂਤ ਹੈ ਜਿਹੜੇ ਉਹ ਹਵਾਲਗੀ ਦੇ ਲਈ ਪੁਲਿਸ ਵੱਲੋਂ ਪੇਸ਼ ਕੀਤੇ ਜਾਣਗੇ ਅਮਰੀਕਾ ਦੀ ਕੈਲੀਫੋਰਨੀਆ ਦੀ ਕੋਰਟ ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਸਾਰੀ ਕਾਨੂੰਨੀ ਪ੍ਰਕਿਰਿਆ ਹੋਣ ਤੋਂ ਬਾਅਦ ਇਹ ਰਸਤਾ ਜਿਹੜਾ ਉਹ ਸਾਫ਼ ਹੋ ਸਕਦਾ ਹੈ ਕਿ ਗੋਲਡੀ ਬਰਾੜ ਨੂੰ ਕਿਵੇਂ ਭਾਰਤ ਲਿਆਂਦਾ ਜਾਵੇ। ਸੋ ਨਿਊਜ਼ 18 ਪੰਜਾਬ ਸਭ ਤੋਂ ਪਹਿਲਾਂ ਇਹ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਿਹਾ। ਗੋਲਡੀ ਬਰਾੜ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ FBI ਦੀ ਨਿਗਰਾਨੀ ਦੇ ਹੇਠ ਹੈ ਗੋਲਡੀ ਬਰਾੜ। ਸਰਕਾਰ ਦੇ ਟੌਪ ਸੋਰਸਸ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਊਜ਼ 18 ਪੰਜਾਬ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਿਹਾ ਕਿ ਭਾਰਤੀ ਏਜੰਸੀਆਂ ਦੀ ਅਪੀਲ ਤੇ ਨਿਗਰਾਨੀ ਸ਼ੁਰੂ ਹੋ ਚੁੱਕੀ ਹੈ। ਪਿਛਲੇ ਕੁਝ ਮਹੀਨੇ ਤੋਂ ਗੋਲਡੀ ਤੇ ਜਿਹੜੀ ਜਾਣਕਾਰੀ ਆ ਉਹ ਇਕੱਠੀ ਕੀਤੀ ਜਾ ਰਹੀ ਸੀ ਕਿਉਂਕਿ ਲਗਾਤਾਰ ਜਿਵੇਂ ਮੂਸੇਵਾਲੇ ਦਾ ਪਰਿਵਾਰ ਵੀ ਇਨਸਾਫ ਦੀ ਮੰਗ ਕਰ ਰਿਹਾ ਸੀਗਾ। ਮੂਸੇਵਾਲੇ ਦੇ ਪਤਾ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਗੋਲਡੀ ਬਰਾੜ ਤੇ 2 ਕਰੋੜ ਰੁਪਏ ਦਾ ਇਨਾਮ ਰੱਖਿਆ ਜਾਵੇ, ਆਪਣੀ ਜੇਬ ਦੇ ਵਿੱਚ ਵੀ ਉਹ 2 ਕਰੋੜ ਰੁਪਏ ਦੇਣ ਦੇ ਲਈ ਤਿਆਰ ਨੇ। ਤੇ ਇਸ ਦੇ ਵਿਚਾਲੇ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਸੀ, ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਦੀ ਲੋਕੇਸ਼ਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਖਰਕਾਰ ਗੋਲਡੀ ਬਰਾੜ ਹੈ ਕਿੱਥੇ ਆ। ਤੇ ਇਹ ਸਾਫ਼ ਹੈ ਕਿ ਗੋਲਡੀ ਬਰਾੜ ਦੀ ਲੋਕੇਸ਼ਨ ਜਿਹੜਾ ਗੋਲਡੀ ਬਰਾੜ ਕੈਲੀਫੋਰਨੀਆ ਦੇ ਵਿੱਚ ਹੈ ਤੇ ਜਿਹੜੀ ਹਵਾਲਗੀ ਦੀ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਸ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਭਾਰਤ ਲਿਆਉਣ ਦਾ ਰਸਤਾ ਸਾਫ਼ ਹੋ ਸਕੇ। ਹਾਲਾਂਕਿ ਕੁਝ ਸਮਾਂ ਜ਼ਰੂਰ ਲੱਗਦਾ ਹੈ ਇਸ ਹਵਾਲਗੀ ਦੀ ਪੂਰੀ ਪ੍ਰਕਿਰਿਆ ਨੂੰ ਲੈ ਕੇ। ਹੌਲੀ ਹੌਲੀ ਸਾਫ਼ ਹੋਵੇਗਾ ਕਿ ਕਿਵੇਂ ਹੌਲੀ ਹੌਲੀ ਰਸਤਾ ਜਿਹੜਾ ਉਹ ਸਾਫ਼ ਹੁੰਦਾ ਹੈ ਕਿਉਂਕਿ ਬਕਾਇਦਾ ਉਸ ਦੀ ਪਹਿਚਾਣ ਸਾਬਤ ਕਰਨੀ ਹੋਵੇਗੀ। ਆਖਿਰਕਾਰ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਕਿਵੇਂ ਗੋਲਡੀ ਬਰਾੜ ਲੋੜੀਂਦਾ ਹੈ, ਕਿਵੇਂ ਉਹ ਮਾਸਟਰਮਾਈਂਡ ਹੈ, ਉਹ ਸਾਬਤ ਕਰਨਾ ਹੋਵੇਗਾ ਤੇ ਉਸ ਤੋਂ ਬਾਅਦ ਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚ ਜਿਹੜਾ ਭਾਰਤ ਲਿਆਉਣ ਦਾ ਰਸਤਾ ਸਾਫ਼ ਹੋ ਸਕਦਾ ਹੈ ਕਿਉਂਕਿ 6 ਮਹੀਨੇ ਮੂਸੇਵਾਲਾ ਕਤਲ ਮਾਮਲੇ ਨੂੰ ਪੂਰੇ ਹੋ ਚੁੱਕੇ ਨੇ, 7ਵਾਂ ਮਹੀਨਾ ਚੱਲ ਰਿਹਾ ਹੈ ਤੇ ਨਾਲ ਹੀ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਬਲਕੌਰ ਸਿੰਘ ਦੇ ਵੱਲੋਂ ਇਹ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਗੋਲਡੀ ਬਰਾੜ ਤੋਂ ਪੂਰੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸੰਗੀਤ ਜਗਤ ਦੇ ਨਾਲ ਇੰਡਸਟਰੀ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਸਾਹਮਣੇ ਆਉਣ ਕਿ ਉਹਨਾਂ ਦਾ ਕਿਹੜੇ-ਕਿਹੜੇ ਲੋਕਾਂ ਦਾ ਇਸ ਕਤਲ ਮਾਮਲੇ ਦੇ ਵਿੱਚ ਰੋਲ ਸੀਗਾ, ਭੂਮਿਕਾ ਸੀ ਕਿਉਂਕਿ ਸਵਾਲਾਂ ਦੀ ਬਹੁਤ ਲੰਬੀ ਸੂਚੀ ਹੈ। ਉਹ ਸਾਰੇ ਸਵਾਲ ਉਦੋਂ ਕੀਤੇ ਜਾਣਗੇ ਜਦੋਂ ਗੋਲਡੀ ਬਰਾੜ ਭਾਰਤ ਲਿਆਂਦਾ ਜਾਵੇਗਾ, ਹਵਾਲਗੀ ਦਾ ਰਸਤਾ ਜਦੋਂ ਸਾਫ਼ ਹੋਵੇਗਾ। ਸੋ ਸਰਕਾਰ ਦੇ ਟੌਪ ਸੋਰਸਸ ਦੇ ਹਵਾਲੇ ਤੋਂ ਨਿਊਜ਼ 18 ਪੰਜਾਬ ਸਭ ਤੋਂ ਪਹਿਲਾਂ ਇਹ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਿਹਾ ਹੈ ਕਿ ਗੋਲਡੀ ਬਰਾੜ ਦੀ ਹਵਾਲਗੀ ਦੀ ਜਿਹੜੀ ਪ੍ਰਕਿਰਿਆ, ਕਾਨੂੰਨੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ FBI ਦੀ ਨਿਗਰਾਨੀ ਦੇ ਹੇਠ ਹੈ ਗੋਲਡੀ ਬਰਾੜ। ਮੂਸੇਵਾਲਾ ਕਤਲ ਮਾਮਲੇ ਦਾ ਮਾਸਟਰਮਾਈਂਡ। ਭਾਰਤੀ ਏਜੰਸੀਆਂ ਦੀ ਅਪੀਲ ਤੇ ਨਿਗਰਾਨੀ ਸ਼ੁਰੂ ਹੋ ਚੁੱਕੀ ਹੈ। ਦਰਅਸਲ ਪਿਛਲੇ ਕੁਝ ਮਹੀਨੇ ਤੋਂ ਗੋਲਡੀ ਤੇ ਜਿਹੜੀ ਜਾਣਕਾਰੀ ਆ ਉਹ ਇਕੱਠੀ ਕੀਤੀ ਜਾ ਰਹੀ ਸੀ। ਗ੍ਰਿਫਤਾਰੀ ਤੇ ਹਵਾਲਗੀ ਦੇ ਵਿੱਚ ਇਹ ਨਿਗਰਾਨੀ ਨੂੰ ਬਦਲਣ ਦੀ ਜਿਹੜੀਆਂ ਹੁਣ ਪੂਰੀ ਪ੍ਰਕਿਰਿਆ ਨੂੰ ਫੋਲੋ ਕੀਤਾ ਜਾ ਰਿਹਾ। ਗੋਲਡੀ ਦੀ ਗ੍ਰਿਫਤਾਰੀ ਤੇ ਹਵਾਲਗੀ ਦੇ ਲਈ ਕਾਨੂੰਨੀ ਇੱਕ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਗੋਲਡੀ ਦੇ ਹੋਣ ਦੀ ਖਬਰ ਹੈ ਤੇ ਆਖਿਰਕਾਰ ਕਿਵੇਂ ਹਵਾਲਗੀ ਹੋਵੇ, ਕਿਵੇਂ ਉੱਥੇ ਦੀ ਕੋਰਟ ਦੇ ਵਿੱਚ ਪ੍ਰੋਪਰ ਪ੍ਰੂਵ ਕੀਤਾ ਜਾਵੇ ਕਿ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਕਿਵੇਂ ਮੋਸਟ ਵਾਂਟਡ ਹੈ ਗੋਲਡੀ ਬਰਾੜ, ਕਿਵੇਂ ਮਾਸਟਰਮਾਈਂਡ ਹੈ, ਕਿਵੇਂ ਉਸ ਦੇ ਕਹਿਣ ਤੇ ਇਹ ਪੂਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਗੋਲਡੀ ਬਰਾੜ ਖੁਦ ਇਸ ਪੂਰੇ ਕਤਲ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ। ਸੋ ਗੋਲਡੀ ਬਰਾੜ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਅਸੀਂ ਖਬਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ FBI ਦੀ ਨਿਗਰਾਨੀ ਦੇ ਹੇਠ ਹੈ ਗੋਲਡੀ ਬਰਾੜ ਤੇ ਹੁਣ ਹਵਾਲਗੀ ਦੀ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਕਿ ਕਿਵੇਂ ਜਲਦ ਤੋਂ ਜਲਦ ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਜਾ ਸਕੇ ਤੇ ਜਿੰਨੇ तमाम ਸਵਾਲ ਨੇ ਉਸ ਦੇ ਨਾਲ ਜੁੜੇ ਹੋਏ ਉਹ ਸਾਰੇ ਸਵਾਲ ਗੋਲਡੀ ਬਰਾੜ ਨੂੰ ਕੀਤੇ ਜਾਣ। ਹੋਰ ਵਧੇਰੇ ਜਾਣਕਾਰੀ ਲਈ ਸਿੱਧਾ ਰੁਖ ਕਰਦੇ ਹਾਂ ਨਿਊਜ਼ 18 ਪੰਜਾਬ ਦੇ ਨਿਊਜ਼ ਰੂਮ ਦਾ। ਮੇਰੇ ਸਹਿਯੋਗੀ ਗੌਰਵ ਸ਼ੁਕਲਾ ਜੁੜੇ ਹੋਏ ਨੇ। ਗੌਰਵ, ਇਹ ਵੱਡੀ ਜਾਣਕਾਰੀ ਹੈ, ਇਹ ਵੱਡੀ ਆਪਣੇ ਆਪ ਦੇ ਵਿੱਚ ਖਬਰ ਹੈ ਗੋਲਡੀ ਬਰਾੜ ਦੇ ਨਾਲ ਜੁੜੀ ਹੋਈ ਕਿ ਕਿਵੇਂ ਜਿਹੜੀ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵਿਸਥਾਰ ਦੇ ਨਾਲ ਇਸ ਪੂਰੀ ਖਬਰ ਬਾਰੇ ਸਮਝਣਾ ਚਾਹਾਂਗੇ ਤਾਂ ਕਿ ਇੱਕ ਇੱਕ ਪਹਿਲੂ ਤੋਂ ਸਾਡੇ ਦਰਸ਼ਕ ਵੀ ਵਾਕਿਫ ਹੋ ਸਕਣ। ਬਿਲਕੁਲ ਪਰਮਿੰਦਰ, ਮੈਂ ਸ਼ੁਰੂ ਇੱਥੋਂ ਹੀ ਕਰਦਾ ਕਿਉਂਕਿ ਇਸ ਸਮੇਂ ਚਰਚਾਵਾਂ ਇਹ ਨੇ ਕਿਉਂਕਿ ਸਵਾਲ ਚੁੱਕੇ ਜਾ ਰਹੇ ਨੇ ਕਿ ਡਿਟੇਨ ਨਹੀਂ ਕੀਤਾ ਗਿਆ ਗੋਲਡੀ ਬਰਾੜ, ਉਸ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ ਗੋਲਡੀ ਬਰਾੜ ਨੂੰ, ਤੇ ਇੱਕ ਪਾਸੇ ਚਰਚਾਵਾਂ ਨੇ ਕਿ ਗੋਲਡੀ ਬਰਾੜ ਇਸ ਸਮੇਂ FBI ਦੀ ਹਿਰਾਸਤ ਦੇ ਵਿੱਚ ਹੈ। ਤਾਂ ਬਹੁਤ ਸਹੀ ਔਰ ਸੌਖੇ ਸ਼ਬਦਾਂ ਦੇ ਵਿੱਚ ਅਸੀਂ ਕਲੀਅਰ ਕਰੀਏ ਜੋ ਸਾਡੇ ਕੋਲ ਗਵਰਨਮੈਂਟ ਦੇ ਟਾਪ ਅਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਹੈ। ਪੁਆਇੰਟ ਨੰਬਰ 1 ਕਿ ਜਿਸ ਤਰੀਕੇ ਨਾਲ ਮੌਜੂਦਾ ਸਮੇਂ 'ਚ ਗੋਲਡੀ ਬਰਾੜ ਅਮਰੀਕਾ 'ਚ FBI ਦੀ ਏਜੰਸੀ ਦੇ ਕੋਲ ਹੈ, ਤੁਸੀਂ ਉਸ ਨੂੰ ਡਿਟੇਨ ਨਹੀਂ ਕਹਿ ਸਕਦੇ, ਤੁਸੀਂ ਉਸ ਨੂੰ ਅਰੈਸਟ ਨਹੀਂ ਕਹਿ ਸਕਦੇ, ਪਰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਗੋਲਡੀ ਬਰਾੜ ਤੱਕ ਕੋਈ ਏਜੰਸੀ ਪਹੁੰਚੀ ਨਹੀਂ। ਇਸ ਦਾ ਮਤਲਬ ਇਹ ਹੈ
ਕਿ ਗੋਲਡੀ ਬਰਾੜ ਨੂੰ ਅਫੀਸ਼ੀਅਲ ਤੌਰ ਦੇ ਉੱਤੇ ਅਰੈਸਟ ਨਹੀਂ ਕੀਤਾ ਗਿਆ ਜਾਂ ਡਿਟੇਨ ਨਹੀਂ ਕੀਤਾ ਗਿਆ, ਉਸ ਨੂੰ FBI ਨੇ ਅੰਡਰ ਸਰਵੀਲਾਂਸ ਰੱਖਿਆ ਹੈ। ਇਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ ਕਿ ਜਿਵੇਂ ਮੈਂ ਸੌਖੇ ਸ਼ਬਦਾਂ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕਰਾਂ ਤਾਂ ਪੰਜਾਬ ਦੇ ਵਿੱਚ ਜਿਵੇਂ ਕਿਸੇ ਨੂੰ ਨਿਗਰਾਨੀ 'ਚ ਰੱਖ ਦਿੱਤਾ ਜਾਂਦਾ ਹੈ ਜਾਂ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਉਰੇ ਨਜ਼ਰਬੰਦ ਕਿਵੇਂ ਕੀਤਾ ਜਾਂਦਾ ਹੈ? ਨਜ਼ਰਬੰਦ ਕੀਤਾ ਜਾਂਦਾ ਹੈ ਕਿ ਜਿਵੇਂ ਕੋਈ ਆਪਣੀ ਕੋਠੀ ਦੇ ਵਿੱਚ ਮੌਜੂਦ ਹੈ, ਆਪਣੇ ਘਰ ਦੇ ਵਿੱਚ ਮੌਜੂਦ ਹੈ, ਤਾਂ ਉਹ ਆਪਣੇ ਘਰ ਤੋਂ ਬਾਹਰ ਨਹੀਂ ਆ ਸਕੇਗਾ, ਆਪਣੇ ਪਰਿਵਾਰ ਦੇ ਨਾਲ ਉੱਥੇ ਰਹਿ ਰਿਹਾ, ਉੱਥੇ ਵਿਚਰ ਰਿਹਾ ਹੈ, ਆਲੇ ਦੁਆਲੇ ਫੋਰਸ ਲੱਗ ਜਾਂਦੀ ਹੈ ਤਾਂ ਕਿ ਉਹ ਬਾਹਰ ਨਾ ਜਾ ਸਕੇ। ਪਰ ਅਮਰੀਕਾ ਦੇ ਵਿੱਚ ਅਜਿਹੇ ਰੂਲਸ ਨਹੀਂ ਹੈ, ਉਹ ਥੋੜੇ ਜਿਹੇ ਵੱਖਰੇ ਹੁੰਦੇ ਨੇ। ਸਰਵੀਲਾਂਸ ਰੱਖੀ ਜਾਂਦੀ ਹੈ ਇੱਕ ਸ਼ਖਸ ਦੇ ਉੱਤੇ। ਜੇਕਰ ਕਿਸੇ ਦੇ ਉੱਤੇ ਕੋਈ ਸ਼ੱਕ ਹੋਵੇ ਜਾਂ ਕਿਸੇ ਕੰਟਰੀ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਹੋਵੇ ਗੋਲਡੀ ਬਰਾੜ ਦਾ ਜਿਸ ਤਰੀਕੇ ਨਾਲ ਹੈ, ਤਾਂ ਉਸ ਦੇ ਉੱਤੇ 24 ਘੰਟੇ ਸਰਵੀਲਾਂਸ ਹੁੰਦੀ ਹੈ। ਆਪਾਂ ਜਦੋਂ CCTV ਦਾ ਜ਼ਿਕਰ ਕਰਦੇ ਹਾਂ ਤਾਂ ਉਹ ਵੀ ਉੱਥੇ ਲਿਖਿਆ ਹੁੰਦਾ, ਕਈ ਵਾਰ ਤੁਸੀਂ ਦੇਖਿਆ ਹੋਊਗਾ ਕਿ ਯੂ ਆਰ ਅੰਡਰ ਸਰਵੀਲਾਂਸ, CCTV ਸਰਵੀਲਾਂਸ। ਤਾਂ ਇਸ ਤਰੀਕੇ ਨਾਲ ਸਰਵੀਲਾਂਸ ਦੇ ਉੱਤੇ ਰੱਖਿਆ ਜਾਂਦਾ ਕਿ ਜਿਹੜੀਆਂ FBI ਦੀਆਂ ਏਜੰਸੀਜ਼ ਹੈ ਔਰ ਜਿਹੜੇ FBI ਦੇ ਉੱਥੇ ਏਜੰਸੀ ਦੇ ਨੁਮਾਇੰਦੇ ਨੇ, ਉਹ 24 ਘੰਟੇ ਅਜਿਹੇ ਸ਼ਖਸ ਦੇ ਉੱਤੇ ਸਰਵੀਲਾਂਸ ਰੱਖਦੇ ਨੇ। ਇਸ ਦੀਆਂ ਦੋ ਵਜ੍ਹਾ ਹੁੰਦੀਆਂ ਨੇ। ਇੱਕ ਕਿ ਜਿਹੜੀ ਕੰਟਰੀ ਦੇ ਨਾਲ ਉਹ ਤਾਲੁਕ ਰੱਖਦਾ, ਜਿਸ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ, ਤਾਂ ਉਸ ਕੰਟਰੀ ਦੇ ਵੱਲੋਂ ਕਿਹਾ ਜਾ ਰਿਹਾ, ਜਿਵੇਂ ਭਾਰਤ ਦੇ ਵੱਲੋਂ ਗੋਲਡੀ ਬਰਾੜ ਦੇ ਲਈ ਕਿਹਾ ਜਾ ਰਿਹਾ ਕਿ ਗੋਲਡੀ ਬਰਾੜ ਇੱਕ ਮੁਜਰਮ ਹੈ, ਉਸ ਨੂੰ ਸਾਡੇ ਹਵਾਲੇ ਕਰ ਦੇਵੋ। ਤਾਂ ਇਸ ਕਰਕੇ ਕਿ ਉੱਥੇ ਕ੍ਰਾਈਮ ਕਰਕੇ ਆਇਆ ਹੋਇਆ, ਜਦੋਂ ਤੱਕ ਕੋਈ ਸਬੂਤ ਨਹੀਂ ਆਉਂਦੇ, ਇਸ ਨੂੰ ਇਹਦੀ ਮੂਵਮੈਂਟ ਕੀ ਹੈ, ਕਿੱਥੇ ਜਾ ਰਿਹਾ, ਕਿੱਥੇ ਨਹੀਂ ਜਾ ਰਿਹਾ, ਉਸ ਦਾ ਪੂਰਾ ਧਿਆਨ ਰੱਖਿਆ ਜਾਵੇ। ਪੁਆਇੰਟ ਨੰਬਰ 2, ਜਦੋਂ ਅਜਿਹਾ ਕਿਸੇ ਦੇ ਉੱਤੇ ਇਲਜ਼ਾਮ ਹੋਵੇ ਕਿ ਇਹ ਕਤਲ ਦੀ ਵਾਰਦਾਤ ਸ਼ਾਮਲ ਹੈ, ਕੋਈ ਸਾਜ਼ਿਸ਼ ਨੂੰ ਕਰ ਰਿਹਾ ਹੈ, ਤਾਂ ਜਿਹੜੀਆਂ ਲੋਕਲ ਪੁਲਿਸ ਏਜੰਸੀਆਂ ਹੁੰਦੀਆਂ ਨੇ ਤਾਂ ਉਹ ਵੀ ਸਰਵੀਲਾਂਸ ਰੱਖਦੀਆਂ ਕਿ ਜੇ ਭਾਰਤ ਦੇ ਵਿੱਚ ਕੁਝ ਕਰਵਾ ਸਕਦਾ ਤਾਂ ਅਮਰੀਕਾ 'ਚ ਵੀ ਕਰਵਾ ਸਕਦਾ ਹੈ। ਇਸ ਕਰਕੇ ਉਹਨੂੰ ਅੰਡਰ ਸਰਵੀਲਾਂਸ ਰੱਖਿਆ ਜਾਂਦਾ ਹੈ। ਇਸ ਦੇ ਇਹ ਪੂਰੀ ਖਬਰ ਦੇ ਵਿੱਚ ਇੱਕ ਚੀਜ਼ ਬਹੁਤ ਕਲੀਅਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ 24-36 ਘੰਟੇ ਪਹਿਲਾਂ ਤੱਕ ਗੋਲਡੀ ਬਰਾੜ ਇਹ ਪਤਾ ਹੀ ਨਹੀਂ ਸੀ ਕਿ ਅਮਰੀਕਾ ਹੈ, ਕੈਨੇਡਾ ਹੈ, ਕਿੱਥੇ ਹੈ। ਇੱਕ ਚੀਜ਼ ਕਲੀਅਰ ਹੋ ਚੁੱਕੀ ਹੈ ਕਿ ਗੋਲਡੀ ਬਰਾੜ ਰੀਚ ਦੇ ਵਿੱਚ ਹੈ। ਇਹ ਬਹੁਤ ਵੱਡਾ ਪੁਆਇੰਟ ਹੈ, ਸਮਝਣ ਦੀ ਜ਼ਰੂਰਤ ਹੈ ਕਿ ਗੋਲਡੀ ਬਰਾੜ ਰੀਚ ਦੇ ਵਿੱਚ ਹੈ, ਯਾਨੀ ਕਿ ਗੋਲਡੀ ਬਰਾੜ ਕਿੱਥੇ ਹੈ ਸਾਨੂੰ ਪਤਾ ਹੈ। ਉਹ ਪੰਜਾਬ ਦੀਆਂ ਦੇਸ਼ ਦੀਆਂ ਏਜੰਸੀਆਂ ਨੂੰ ਪਤਾ ਹੈ, FBI ਨੂੰ ਪਤਾ ਹੈ। ਹੁਣ ਪੁਆਇੰਟ ਹੈ ਕਿ ਗੋਲਡੀ ਬਰਾੜ ਡਿਟੇਨ ਕਰ ਲਿਆ ਗਿਆ ਕਿ ਨਹੀਂ ਕਰ ਲਿਆ ਗਿਆ। ਤਾਂ FBI ਦੇ ਜਿਹੜੇ ਇਸ ਸਮੇਂ ਸਾਡੇ ਕੋਲ ਜਾਣਕਾਰੀ ਹੈ, ਜੋ ਪੰਜਾਬ ਦੇ ਵਿੱਚ ਜਾਂ ਸੈਂਟਰ ਦੀ ਗਵਰਨਮੈਂਟ ਦੇ ਟਾਪ ਅਫੀਸ਼ੀਅਲਸ ਜਾਣਕਾਰੀ ਦੇ ਰਹੇ ਨੇ, ਤਾਂ FBI ਨੇ ਇਹੀ ਸਾਫ਼ ਕੀਤਾ ਹੈ ਕਿ ਅਜੇ ਤੱਕ ਉਸ ਨੂੰ ਡਿਟੇਨ ਨਹੀਂ ਕੀਤਾ ਗਿਆ, ਸਰਵੀਲੈਂਸ ਦੇ ਵਿੱਚ ਰੱਖਿਆ ਗਿਆ। ਤਾਂ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਹੈ ਕਿ ਹੁਣ ਅਸੀਂ ਇਹਨੂੰ ਡਿਟੇਨ ਕਹੀਏ ਤਾਂ ਉਹ ਸ਼ਾਇਦ ਟੈਕਨੀਕਲੀ ਠੀਕ ਨਹੀਂ ਹੋਏਗਾ, ਉਸ ਨੂੰ ਅਸੀਂ ਸਰਵੀਲਾਂਸ ਕਹਿ ਸਕਦੇ ਹੋ। ਡਿਟੇਨ ਦੇ ਵਿੱਚ ਆਮ ਤੌਰ ਤੇ ਹੁੰਦਾ ਕਿ ਹਿਰਾਸਤ ਦੇ ਵਿੱਚ ਲੈ ਲਿਆ। ਜਿਵੇਂ ਮੈਂ ਪੰਜਾਬ ਦਾ ਜ਼ਿਕਰ ਕਰਾਂ ਕਿ ਜਦੋਂ ਕਿਸੇ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤਾਂ 24 ਘੰਟੇ ਦੇ ਵਿੱਚ ਉਸਦੀ ਜਾਂ ਤਾਂ ਗ੍ਰਿਫਤਾਰੀ ਦਿਖਾਣੀ ਹੁੰਦੀ ਹੈ ਜਾਂ ਫਿਰ ਉਸ ਨੂੰ ਛੱਡਣਾ ਹੁੰਦਾ ਹੈ। ਤਾਂ ਆਮ ਤੌਰ ਤੇ ਹਿਰਾਸਤ ਇਸ ਕਰਕੇ ਇੱਕ ਵੱਡਾ ਕੁਐਸਚਨ ਮਾਰਕ ਹੋ ਜਾਂਦਾ ਹੈ। ਜਦੋਂ ਆਪਾਂ ਨਜ਼ਰਬੰਦ ਦਾ ਜ਼ਿਕਰ ਕਰਦੇ ਹਾਂ ਤਾਂ ਨਜ਼ਰਬੰਦ ਇਸ ਤਰੀਕੇ ਨਾਲ ਹੀ ਹੁੰਦਾ ਕਿ ਕਿਸੇ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਸਰਵੀਲੈਂਸ ਇੱਕ ਨਜ਼ਰਬੰਦ ਦਾ ਹੀ ਅਲੱਗ ਤਰੀਕੇ ਦਾ ਰੂਪ ਕਹਿ ਸਕਦੇ ਹੋ ਤੁਸੀਂ ਕਿ ਜਿਹੜੀ ਮੂਵਮੈਂਟ ਹੋਏਗੀ, ਚਾਹੇ ਉਹ ਸਾਲਟ ਲੇਕ ਸਿਟੀ ਦੇ ਵਿੱਚ ਹੈ, ਹੁਣ ਕੱਲ ਨੂੰ ਫਰੀਜ਼ਨੋ ਦੇ ਵਿੱਚ ਚਲਿਆ ਜਾਵੇ ਜਾਂ ਫਿਰ ਕਿਸੇ ਹੋਰ ਥਾਂ ਤੇ ਜਾਣ ਦੀ ਕੋਸ਼ਿਸ਼ ਕਰੇ, ਤਾਂ FBI ਦਾ ਇੱਕ ਅੰਡਰ ਸਰਵੀਲੈਂਸ ਦੇ ਉਹ ਰਹੇਗਾ ਕਿ FBI ਨੂੰ ਪੁਆਇੰਟ ਤੇ ਪਤਾ ਹੋਏਗਾ ਕਿ ਗੋਲਡੀ ਬਰਾੜ ਜੇ 3 ਦਸੰਬਰ ਹੈ ਤਾਂ 3 ਦਸੰਬਰ ਨੂੰ ਸਾਲਟ ਲੇਕ ਸਿਟੀ ਸੀ ਤੇ 4 ਦਸੰਬਰ ਨੂੰ ਫਰੀਜ਼ਨੋ ਪਹੁੰਚ ਗਿਆ, ਉਸ ਤੋਂ ਬਾਅਦ ਉਹ ਸੈਕਰਾਮੈਂਟੋ ਪਹੁੰਚ ਗਿਆ, ਉਸ ਤੋਂ 6 ਤਰੀਕ ਨੂੰ ਉਹ ਕੈਲੀਫੋਰਨੀਆ ਪਹੁੰਚ ਗਿਆ। ਬੇਸਿਕਲੀ ਗੱਲ ਇਹ ਹੈ ਕਿ ਗੋਲਡੀ ਬਰਾੜ ਸਰਵੀਲੈਂਸ ਦੇ ਅੰਦਰ ਆਉਣ ਤੋਂ ਬਾਅਦ ਹੁਣ ਭੱਜ ਤਾਂ ਨਹੀਂ ਸਕੇਗਾ। ਹੁਣ ਉਸ ਦੇ ਖਿਲਾਫ ਜਿਹੜੇ ਸਬੂਤ ਨੇ ਉਹ ਪੰਜਾਬੀ ਪੁਲਿਸ ਨੂੰ ਇਕੱਠੇ ਕਰਕੇ ਏਜੰਸੀਆਂ ਨੂੰ ਦੇਣੇ ਹੋਣਗੇ, ਸੈਂਟਰ ਦੀਆਂ ਏਜੰਸੀਆਂ ਦੇ ਕੋਲ ਜਾਣਗੇ, ਇੰਟਰਪੋਲ ਦੇ ਜ਼ਰੀਏ ਅਮਰੀਕਾ ਦੇ ਕੋਲ ਜਾਣਗੇ। ਅਮਰੀਕਾ ਦਾ ਜਿਹੜਾ ਉੱਥੇ ਦਾ ਲੋਕਲ ਪ੍ਰਸ਼ਾਸਨ ਹੈ ਤਾਂ ਉਸ ਦੇ ਜ਼ਰੀਏ ਫਿਰ ਅੱਗੇ ਦਾ ਪ੍ਰੋਸੈਸ ਸ਼ੁਰੂ ਹੋਊਗਾ, ਜਿਸ ਦੇ ਵਿੱਚ ਉਸ ਦੀ ਹਵਾਲਗੀ ਕਹੋ, ਪਹਿਲਾਂ ਡਿਟੇਨ ਗ੍ਰਿਫਤਾਰੀ ਉੱਥੇ ਹੋਏਗੀ, ਉਸ ਤੋਂ ਬਾਅਦ ਉਸ ਦੀ ਹਵਾਲਗੀ ਦਾ ਪ੍ਰੋਸੈਸ ਸ਼ੁਰੂ ਹੋਏਗਾ। ਪੂਰੀ ਖਬਰ ਦੇ ਵਿੱਚ ਪਿਛਲੇ 24-36 ਘੰਟਿਆਂ ਦੇ ਵਿੱਚ ਗੋਲਡੀ ਬਰਾੜ ਦਾ ਜੋ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ, ਜੋ ਸਾਡੇ ਕੋਲ ਟਾਪ ਅਫੀਸ਼ੀਅਲ ਗਵਰਨਮੈਂਟ ਦੇ ਸੋਰਸਿਸ ਜਾਣਕਾਰੀ ਦੇ ਰਹੇ ਨੇ, ਜਾਣਕਾਰੀ ਦੇ ਮੁਤਾਬਿਕ ਗੋਲਡੀ ਬਰਾੜ ਤੱਕ ਪਹੁੰਚ ਚੁੱਕੇ ਆ। ਬਹੁਤ ਕਲੀਅਰ ਪੁਆਇੰਟ ਹੈ, ਅੰਡਰ ਸਰਵੀਲਾਂਸ ਹੈ ਗੋਲਡੀ ਬਰਾੜ। ਪਰਮਿੰਦਰ ਬਿਲਕੁਲ ਗੌਰਵ, ਕਿਤੇ ਨਾ ਕਿਤੇ ਖਬਰ ਦਾ ਜੇਕਰ ਨਿਚੋੜ ਕੱਢਿਆ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਰੀਚ ਦੇ ਵਿੱਚ ਹੈ, ਬਿਲਕੁਲ ਨਜ਼ਰ ਦੇ ਵਿੱਚ FBI ਦੇ। ਆਖਿਰਕਾਰ ਹੁਣ ਅਗਲੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵੀ ਨਾਲ ਵਿਸਥਾਰ ਦੇ ਨਾਲ ਸਮਝਣਾ ਚਾਹਾਂਗੇ ਜੇਕਰ ਹਵਾਲਗੀ ਦੀ ਕਾਨੂੰਨੀ ਪ੍ਰਕਿਰਿਆ ਦੀ ਗੱਲ ਕੀਤੀ ਹੈ। ਹਾਲਾਂਕਿ ਜਿਹੜੇ ਮਾਹਿਰ ਨੇ ਉਹ ਕਹਿੰਦੇ ਨੇ ਕਿ ਇੰਨੀ ਸੌਖੀ ਨਹੀਂ, ਇੰਨੀ ਆਸਾਨ ਪ੍ਰਕਿਰਿਆ ਨਹੀਂ, ਜ਼ਰੂਰ ਸਮਾਂ ਥੋੜਾ ਲੱਗ ਸਕਦਾ ਹੈ। ਕਿਵੇਂ ਮੰਨਿਆ ਜਾਵੇ, ਕਿਸ ਤਰ੍ਹਾਂ ਦੀ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ, ਕਿਸ ਤਰ੍ਹਾਂ ਦੀ ਉਮੀਦ ਜਤਾਈ ਜਾ ਸਕਦੀ ਹੈ, ਕਿਉਂਕਿ ਸਿੱਧੇ ਤੌਰ ਤੇ ਇੰਤਜ਼ਾਰ ਨਜ਼ਰ ਆਇਆ ਮੂਸੇਵਾਲੇ ਦੇ ਪਰਿਵਾਰ ਨੂੰ ਵੀ ਕਿ ਕਦੋਂ ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਜਾਵੇ ਤੇ ਕਈ ਜਿਹੜੇ ਰਾਜ਼ ਨੇ ਜਿਹੜੇ ਜੁੜੇ ਹੋਏ ਨੇ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਉਹ ਖੰਗਾਲੇ ਜਾਣ।
ਦੇਖੋ ਪਰਮਿੰਦਰ, ਪਿਛਲੇ 24 ਘੰਟਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਟਾਪ ਅਫੀਸ਼ੀਅਲਸ ਆ ਉਹਨਾਂ ਨਾਲ ਵੀ ਜਾਣਕਾਰੀ ਲੈਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੇ ਅਜਿਹੇ ਮਾਮਲੇ ਨਾਲ ਜੁੜੇ ਵਕੀਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਜੋ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਹਵਾਲਗੀ ਕਿਸ ਤਰੀਕੇ ਨਾਲ ਹੋਏਗੀ, ਇੱਕ ਲੰਬਾ ਪ੍ਰੋਸੈਸ ਹੋ ਸਕਦਾ ਹੈ। ਅਮਰੀਕਾ ਉਹ ਕੰਟਰੀ ਹੈ ਜਿਸ ਦੀ ਟ੍ਰੀਟੀ ਭਾਰਤ ਦੇ ਨਾਲ ਹੈ, ਯਾਨੀ ਕਿ ਹਵਾਲਗੀ ਸੰਧੀ ਆਲਰੇਡੀ ਭਾਰਤ ਤੇ ਅਮਰੀਕਾ ਦੀ ਹੈ, ਇਸ ਕਰਕੇ ਥੋੜਾ ਜਿਹਾ ਚੀਜ਼ਾਂ ਆਸਾਨ ਹੋ ਜਾਂਦੀਆਂ ਨੇ। ਹੁਣ ਇੰਡੀਆ ਦੇ ਵੱਲੋਂ ਉਸ ਸ਼ਖਸ ਦਾ ਜ਼ਿਕਰ ਕੀਤਾ ਗਿਆ, ਇੰਟਰਪੋਲ ਦੇ ਜ਼ਰੀਏ ਪਹੁੰਚੇ ਕਿ ਅਸੀਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ ਤੇ ਉਸ ਤੋਂ ਬਾਅਦ ਗੋਲਡੀ ਬਰਾੜ ਨੂੰ ਲੱਭਿਆ ਜਾ ਰਿਹਾ ਸੀ ਤੇ ਉਸ ਦਾ ਹੀ ਇੱਕ ਵਜ੍ਹਾ ਹੋ ਸਕਦੀ ਹੈ ਕਿ ਗੋਲਡੀ ਬਰਾੜ ਤੱਕ FBI ਵੀ ਪਹੁੰਚ ਗਈ ਕਿ ਇਹ ਤਾਂ ਉਹੀ ਸ਼ਖਸ ਹੈ ਜਿਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਇੰਟਰਪੋਲ ਦੇ ਜ਼ਰੀਏ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਸਨੇ। ਤਾਂ ਹਵਾਲਗੀ ਦੇ ਲਈ ਇੱਕ ਲੰਬਾ ਪ੍ਰੋਸੈਸ ਜ਼ਰੂਰ ਹੈ। ਇਸ ਦਾ ਸਿੱਧਾ ਜਿਹਾ ਮਤਲਬ ਹੈ ਡੋਜ਼ੀਅਰ ਤਿਆਰ ਹੋਣਗੇ ਗੋਲਡੀ ਬਰਾੜ ਦੇ ਖਿਲਾਫ, ਜਿਸ ਦੇ ਵਿੱਚ ਕੱਲੀ ਗੱਲ ਹੋਏਗੀ, ਸਬੂਤ ਹੋਣਗੇ ਕਿ ਆਖਿਰ ਗੋਲਡੀ ਬਰਾੜ ਨੇ ਕੀ ਕੁਝ ਕੀਤਾ, ਉਸ ਦੇ ਖਿਲਾਫ ਸਬੂਤ ਕਿਹੜੇ ਨੇ, ਉਹ ਕਦੋਂ ਉੱਥੇ ਭੱਜਿਆ, ਕਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ। ਇੱਕ ਪੂਰਾ ਜਿਹੜਾ ਡੋਜ਼ੀਅਰ ਤਿਆਰ ਕਰਕੇ ਉਹ ਅਮਰੀਕਾ ਪਹੁੰਚੇਗਾ ਤੇ ਉਸ ਤੋਂ ਬਾਅਦ ਉਹ ਅੱਗੇ ਦੀਆਂ ਪ੍ਰੋਸੈਸ ਜਿਹੜਾ ਸ਼ੁਰੂ ਹੋਏਗਾ। ਕਾਬਿਲ ਗੌਰ ਹੈ ਕਿ ਇਹ 2-4-5 ਦਿਨਾਂ ਦਾ ਪ੍ਰੋਸੈਸ ਨਹੀਂ ਹੁੰਦਾ, ਹੋ ਸਕਦਾ ਕਿ ਇਸ ਨੂੰ 2-4-6 ਮਹੀਨੇ ਲੱਗ ਜਾਣ, ਹੋ ਸਕਦਾ ਕਿ ਇਸ ਨੂੰ ਜ਼ਿਆਦਾ ਸਮਾਂ ਵੀ ਲੱਗ ਜਾਵੇ ਕਿਉਂਕਿ ਅਮਰੀਕਾ ਦੇ ਵਿੱਚ ਹੈ, ਇਸ ਕਰਕੇ ਗੋਲਡੀ ਬਰਾੜ ਨੂੰ ਆਪਣਾ ਪੱਖ ਰੱਖਣ ਦਾ ਵੀ ਲਾਜ਼ਮੀ ਤੌਰ ਤੇ ਮੌਕਾ ਮਿਲੇਗਾ। ਤਾਂ ਜੇਕਰ ਇਹ ਦੇਖਿਆ ਜਾਵੇ ਤਾਂ ਹਾਲ ਫਿਲਹਾਲ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਹੋ ਸਕਦਾ ਸਾਲ ਵੀ ਲੱਗ ਜਾਵੇ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੇ ਵਿੱਚ। ਪਰਮਿੰਦਰ, ਹਾਂ ਠੀਕ ਹੈ ਗੌਰਵ, ਫਿਲਹਾਲ ਦੀ ਪੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਨਿਊਜ਼ 18 ਪੰਜਾਬ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਜਾਣਕਾਰੀ ਸਾਂਝੀ ਕਰਿਆ ਆਪਣੇ ਦਰਸ਼ਕਾਂ ਦੇ ਨਾਲ ਗੋਲਡੀ ਬਰਾੜ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ, ਸਰਕਾਰ ਦੇ ਟੌਪ ਦੇ ਸੋਰਸ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਗੋਲਡੀ ਬਰਾੜ FBI ਦੀ ਨਿਗਰਾਨੀ ਦੇ ਹੇਠ ਹੈ, FBI ਦੀ ਨਜ਼ਰ ਦੇ ਹੇਠ ਹੈ। ਡਿਟੇਨ ਦੀ ਬਜਾਏ ਸਰਵੇਲੈਂਸ ਸ਼ਬਦ ਵਰਤਿਆ ਜਾ ਸਕਦਾ ਹੈ, ਰੀਚ ਸ਼ਬਦ ਵਰਤਿਆ ਜਾ ਸਕਦਾ ਹੈ। ਇਹ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਇਹ ਸਾਫ਼ ਹੈ ਕਿ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਹੈ ਤੇ ਆਖਰਕਾਰ ਹਵਾਲਗੀ ਦੀ ਜਿਹੜੀ ਇੱਕ ਪ੍ਰੋਪਰ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਸ ਨੂੰ ਵੀ ਫਾਲੋ ਕੀਤਾ ਜਾ ਰਿਹਾ ਹੈ। ਹਾਲਾਂਕਿ ਉਸ ਦੇ ਵਿੱਚ ਸਮਾਂ ਜ਼ਰੂਰ ਲੱਗ ਸਕਦਾ ਹੈ। ਜਿੰਨੇ ਵੀ ਐਕਸਪਰਟਸ ਨੇ, ਜਿੰਨੇ ਵੀ ਮਾਹਿਰ ਨੇ, ਉਹ ਇਹਨਾਂ ਦਾ ਇਹ ਕਹਿਣਾ ਹੈ ਕਿ ਇੰਨੀ ਸੌਖੀ ਆਸਾਨ ਪ੍ਰਕਿਰਿਆ ਨਹੀਂ ਹੈ, ਕੁਝ ਹੀ ਦਿਨਾਂ ਦੇ ਵਿੱਚ ਇਹ ਪ੍ਰਕਿਰਿਆ ਮੁਕੰਮਲ ਨਹੀਂ ਹੋ ਸਕਦੀ। ਖੈਰ ਹੌਲੀ ਹੌਲੀ ਸਾਫ਼ ਹੋਵੇਗਾ ਕਿ ਕਿਵੇਂ ਕਾਨੂੰਨੀ ਪ੍ਰਕਿਰਿਆ ਅੱਗੇ ਵਧਦੀ ਹੈ, ਪਰ ਇਹ ਸਾਫ਼ ਹੈ ਕਿ ਗੋਲਡੀ ਬਰਾੜ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਹੈ, FBI ਦੀ ਨਿਗਰਾਨੀ ਹੇਠ ਹੈ, FBI ਦੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਕੈਲੀਫੋਰਨੀਆ ਤੋਂ ਜੇਕਰ ਆਪਣੀ ਉਹ ਲੋਕੇਸ਼ਨ ਬਦਲਦਾ ਵੀ ਹੈ, ਕਿਸੇ ਹੋਰ ਪਾਸੇ ਵੀ ਖਿਸਕਦਾ ਹੈ ਤਾਂ ਉਹ ਵੀ FBI ਦੀ ਨਿਗਰਾਨੀ ਦੇ ਹੇਠ ਹੋਵੇਗਾ। ਸਭ ਕੁਝ ਪਤਾ ਹੋਵੇਗਾ FBI ਨੂੰ ਕਿ ਆਖਿਰਕਾਰ ਕਿਸ ਜਗ੍ਹਾ ਮੂਵ ਕਰ ਰਿਹਾ ਹੈ। ਤੇ ਹੁਣ ਨਜ਼ਰ ਹੈ ਕਿ ਕਿਵੇਂ ਆ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਪੂਰੀ ਹੁੰਦੀ ਹੈ, ਕਿਵੇਂ ਡੋਜ਼ੀਅਰ ਜਿਹੜਾ ਕਿ ਉੱਥੇ ਭੇਜਿਆ ਜਾਂਦਾ ਹੈ, ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ, ਪੂਰਾ ਪ੍ਰੂਵ ਕੀਤਾ ਜਾਂਦਾ ਹੈ ਕਿ ਕਿਵੇਂ ਮਾਸਟਰਮਾਈਂਡ ਹੈ ਗੋਲਡੀ ਬਰਾੜ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ, ਕਿਵੇਂ ਉਹ ਲੜਿੰਦਾ ਹੈ, ਕਿਵੇਂ ਮੋਸਟ ਵਾਂਟਡ ਹੈ ਤੇ ਆਖਿਰਕਾਰ ਪੂਰੇ ਮਾਮਲੇ ਦੇ ਵਿੱਚ ਉਸ ਤੋਂ ਜਾਂਚ ਕਰਨੀ, ਸਵਾਲ ਜਵਾਬ ਕਰਨੇ ਕਿੰਨੇ ਕੁ ਜ਼ਰੂਰੀ ਨੇ। ਸੋ ਵੱਡੀ ਖਬਰ ਗੋਲਡੀ ਬਰਾੜ ਦੇ ਨਾਲ ਜੁੜੀ ਹੋਈ ਹੈ। ਖੈਰ ਹੁਣ ਨਜ਼ਰ ਰਹੇਗੀ ਕਿ ਆਖਿਰਕਾਰ ਜਿਹੜੀ ਪ੍ਰਕਿਰਿਆ ਹੈ, ਕਾਨੂੰਨੀ ਪ੍ਰਕਿਰਿਆ ਹਵਾਲਗੀ ਦੀ, ਉਹ ਕਦੋਂ ਮੁਕੰਮਲ ਹੁੰਦੀ ਹੈ। ਪਰ ਇਹ ਸਾਫ਼ ਹੈ ਕਿ ਕੈਲੀਫੋਰਨੀਆ ਦੇ ਵਿੱਚ ਹੈ ਗੋਲਡੀ ਬਰਾੜ ਤੇ FBI ਦੀ ਨਿਗਰਾਨੀ ਦੇ ਹੇਠ ਹੈ। ਫਿਲਹਾਲ ਰੋਕ ਰਹੇ ਛੋਟੀ ਜਿਹੀ ਬ੍ਰੇਕ ਲਈ, ਜਲਦ ਹਾਜ਼ਰ ਹੁੰਦੇ ਆ ਬ੍ਰੇਕ ਤੋਂ ਬਾਅਦ।